हाँ जी, तैयारी है पूरी। वंस देयर वाज अ लोमड़ी, शी वाज मेरे खेत में आपड़ी। आई वाज ने पीछा किया, शी वाज भाग पड़ी। आई वाज ने मारा डंडा, शी वाज डीग पड़ी। ਹੁਣ ਤੁਸੀਂ ਸੋਚੋ ਵੀ ਇਹਦੇ ਤੋਂ ਸਿੱਖਿਆ ਕੀ ਮਿਲੀ। ਦੋਸਤੋ, ਇਸ ਤੋਂ ਸਿੱਖਿਆ ਇਹ ਮਿਲੀ कि शी वाज मेरे खेत में क्यों बड़ी। सत श्री अकाल जी, स्वागत है ਤੁਹਾਡਾ तू लिखे मैं बोलां दे विच। सो अज का प्रोग्राम ਆਪਾਂ शुरू ਕਰਨ ਲੱਗੇ ਆ। मैं ਤੁਹਾਡੀਆਂ ਰਚਨਾਵਾਂ इधरों फरोल रहा, कित्थों ਲੱਭਣੀਆਂ ਨੇ ਤੁਹਾਡੀਆਂ ਰਚਨਾਵਾਂ, ਉਧਰ ਨੂੰ ਜਾ ਰਹੇ ਆ। ਪਰ ਤੁਹਾਨੂੰ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇੱਕ ਤੁਹਾਨੂੰ ਕਵਿਤਾ ਸੁਣਾਈਏ। ਸੋਹਣੀ ਜੀ, ਲਵਲੀ ਜੀ, ਵਧੀਆ। ਮੇਰੀਆਂ ਪਿਛਲੇ ਪਈਆਂ ਕਿਤਾਬਾਂ ਦੇ ਵਿੱਚ ਲੀਲਾ ਕਿਤਾਬ ਨੂੰ ਬਹੁਤ ਲੋਕਾਂ ਨੇ ਵੇਖਿਆ। ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੋ ਭਰਾ ਨੇ, ਬੜੇ ਹੋਣਹਾਰ ਕਵੀ ਨੇ ਸਾਡੇ ਪੰਜਾਬੀ ਦੇ। ਉਹਨਾਂ ਦੀ ਕਿਤਾਬ ਹੈ ਲੀਲਾ, ਮਤਲਬ ਕਵਿਤਾ ਦਾ ਗ੍ਰੰਥ ਹੈ ਲੀਲਾ। ਇਹ ਇੱਥੇ ਭਾਈ ਤੁਸੀਂ ਵੇਖੀ ਹੋਣੀ ਹੈ, ਬਹੁਤ ਕਮਾਲ ਦੀਆਂ ਕਵਿਤਾਵਾਂ ਨੇ। ਸੋ ਨਵਤੇਜ ਭਾਰਤੀ ਹੋਰਾਂ ਦੀ ਇੱਕ ਬਹੁਤ ਵੱਡੀ ਕਵਿਤਾ, ਜਿਹੜੀ ਸਾਈਜ਼ ਵਿੱਚ ਇੰਨੀ ਕੁ ਹੈ ਪਰ ਬਹੁਤ ਵੱਡੀ ਕਵਿਤਾ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨਾ। ਲੀਲਾ ਦੇ ਵਿੱਚ ਪੰਨਾ ਨੰਬਰ 51 ਦੇ ਉੱਤੇ ਲਿਖਦੇ ਨੇ, ਦੂਜਿਆਂ ਲਈ ਵੇਖਣਾ। ਮੇਰੀਆਂ ਜਗਦੀਆਂ ਦੋ ਅੱਖਾਂ ਪਿੱਛੇ, ਮੇਰੀਆਂ ਜਗਦੀਆਂ ਦੋ ਅੱਖਾਂ ਪਿੱਛੇ ਲੱਖਾਂ ਅੱਖਾਂ ਬੁਝੀਆਂ। ਮੇਰੀਆਂ ਜਗਦੀਆਂ ਦੋ ਅੱਖਾਂ ਪਿੱਛੇ ਲੱਖਾਂ ਅੱਖਾਂ ਬੁਝੀਆਂ ਹੋਈਆਂ ਹਨ, ਮੈਂ ਉਹਨਾਂ ਲਈ ਵੀ ਵੇਖਣਾ ਹੈ। ਸੋ ਕਵਿਤਾ ਸਾਈਜ਼ ਤੇ ਨਹੀਂ ਨਿਰਭਰ ਕਰਦੀ ਹੁੰਦੀ, ਕਵਿਤਾ ਥਾਟ ਦੇ ਉੱਤੇ ਨਿਰਭਰ ਕਰਦੀ ਹੁੰਦੀ ਹੈ। ਸਾਡੇ ਕੋਲੇ ਬਹੁਤ ਸੋਹਣੀਆਂ ਰਚਨਾਵਾਂ, ਬੜੇ ਸੋਹਣੇ ਸੁਨੇਹੇ ਤੁਹਾਡੇ ਆਏ ਹੋਏ ਨੇ। ਪਹਿਲਾ ਸੁਨੇਹਾ ਸਾਡੇ ਕੋਲੇ ਆਇਆ ਹੋਇਆ ਹੈ, ਜਿਹੜਾ ਅੱਜ ਖੁੱਲਿਆ ਹੈ, ਉਹ ਹੈ ਸ਼ਿਵਾਂਗੀ ਦਾ। ਸ਼ਿਵਾਂਗੀ ਜੀ ਲਿਖਦੇ ਨੇ, ਕਹਿੰਦੇ ਲੋਕਡਾਊਨ ਖੋਲ ਦੋ, ਬਸ ਮੈਂ ਜੌਬ ਤੇ ਜਾਣਾ, ਪੈਸੇ ਖਤਮ ਹੋ ਗਏ। ਸ਼ਿਵਾਂਗੀ, ਇਹ ਤੁਸੀਂ ਬਹੁਤ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ। ਲਾਕਡਾਊਨ ਦੇ ਵਿੱਚ ਪੋਜ਼ਿਟਿਵ ਹੋ ਕੇ ਬਹੁਤ ਲੋਕ ਰਹੇ, ਬਹੁਤ ਅੱਛੀ ਗੱਲ ਹੈ। ਪੋਜ਼ਿਟਿਵ ਹੋਏ ਬਿਨਾ ਜ਼ਿੰਦਗੀ ਦੇ ਰਾਹ ਪੱਧਰੇ ਨਹੀਂ ਹੁੰਦੇ। ਪਰ ਕਈ ਦਿਹਾੜੀਦਾਰ ਜਿਹੜੇ ਨਿੱਤ ਕਮਾ ਕੇ ਖਾਂਦੇ ਸੀ, ਉਹਨਾਂ ਦਾ ਬਹੁਤ ਔਖਾ ਹੋਇਆ। ਜਿਨ੍ਹਾਂ ਕੋਲੇ ਬੈਂਕ ਬੈਲੈਂਸ ਨਹੀਂ ਸੀ, ਉਹਨਾਂ ਦਾ ਬਹੁਤ ਔਖਾ ਹੋਇਆ। ਕਈ ਲੋਕ ਨੈਗੇਟਿਵ ਹੋ ਗਏ ਬੈਠੇ ਬੈਠੇ। ਪਰ ਇਹ ਮੁਸੀਬਤਾਂ ਹੀ ਬੰਦੇ ਨੂੰ ਜਿਉਣਾ ਸਿਖਾਉਂਦੀਆਂ ਨੇ, ਸਮੱਸਿਆਵਾਂ ਹੀ ਜਿਉਣਾ ਸਿਖਾਉਂਦੀਆਂ ਨੇ। ਹੁਣ ਰਾਹ ਖੁੱਲੇ ਨੇ, ਪੱਧਰੇ ਹੋ ਗਏ ਨੇ। ਸੁਨੇਹਾ ਤੁਹਾਡਾ ਬਹੁਤ ਦਿਨ ਪਹਿਲਾਂ ਦਾ ਆਇਆ ਹੋਇਆ ਸੀ ਸ਼ਿਵਾਂਗੀ, ਪਰ ਪੜ੍ਹਿਆ ਸੀ ਅੱਜ ਹੈ, ਕਿਉਂਕਿ ਵਾਰੀ ਸੁੱਧੇ ਵਾਰੀ ਆਉਣੀ ਹੈ। ਬਹੁਤ ਸੁਨੇਹੇ ਨੇ, ਬੜੀਆਂ ਕਵਿਤਾਵਾਂ ਨੇ। ਉਸ ਤੋਂ ਬਾਅਦ ਤਾਂ ਕੁਝ ਲੈਣੀਆਂ ਵੀ ਬੰਦ ਕਰਤੇ ਸੁਨੇਹੇ ਕਵਿਤਾਵਾਂ ਅਸੀਂ। ਸੋ ਰਾਹ ਖੁੱਲੇ ਨੇ, ਹੁਣ ਤੁਸੀਂ ਜੌਬ ਤੇ ਜਾਣ ਲੱਗ ਗਏ ਹੋਵੋਗੇ ਸ਼ਿਵਾਂਗੀ, ਮੈਂ ਤੁਹਾਡਾ ਮੈਸੇਜ ਪਰ ਪੜ੍ਹਤਾ। ਅੱਗੇ ਜਿਹੜੀ ਸਾਡੇ ਕੋਲੇ ਰਚਨਾ ਹੈ, ਉਹ ਹੈ ਸੁਗਮ ਬਦਿਆਲ ਦੀ। ਸੁਗਮ ਬਦਿਆਲ ਕਹਿੰਦੇ ਨੇ, ਮੈਂ ਪਹਿਲਾਂ ਪੜ੍ਹਦਾ ਇਹਨਾਂ ਦੀ ਰਚਨਾ, ਫਿਰ ਜਿਹੜੀ ਗੱਲ ਕਰਦੇ ਨੇ ਉੱਤੇ ਕਮੈਂਟ ਕਰੂੰਗਾ। ਮੈਂ ਕਿਹਾ, ਬਿੰਦੀ ਟਿੱਪੀ ਦਾ ਵੀ ਖਿਆਲ ਰੱਖਿਆ ਕਰੋ ਜਨਾਬ, ਜਿਵੇਂ ਤੂੰ ਸੁਰਮੇ ਤੋਂ ਬਿਨਾਂ ਸੋਹਣੀ ਨਹੀਂ ਲੱਗਦੀ, ਮੈਂ ਵੀ ਖੂਬਸੂਰਤੀ ਘੱਟ ਮਹਿਸੂਸ ਕਰਦੀ ਹਾਂ ਬਿੰਦੀ ਤੋਂ ਬਿਨਾਂ। ਜਿਵੇਂ ਤੇਰੇ ਸਿਰ ਉੱਤੇ ਚੁੰਨੀ ਫੜ ਫੜ ਰੱਖਦੀ ਏ ਤੂੰ, ਮੈਂ ਵੀ ਸਿਹਾਰੀ ਨਾਲ ਲਫ਼ਜ਼ਾਂ ਦੀ ਸ਼ਰਮ ਓੜਨੀ ਆ। ਹੁਣ ਆਪਾਂ ਥੋੜਾ ਜਿਹਾ ਵੇਖੀਏ ਕੀ ਕਹਿੰਦੇ ਨੇ। ਕਵਿਤਾ ਬਹੁਤ ਸੋਹਣੀ ਹੈ ਸੁਗਮ ਬਦਿਆਲ, ਤੁਹਾਡੀ ਖਿਆਲ ਤੁਹਾਡਾ ਚੰਗਾ। ਪਰ ਹੁਣ ਦੇਖੋ, ਤੁਸੀਂ ਸਿਹਾਰੀਆਂ ਬਿੰਦੀਆਂ ਟਿੱਪੀਆਂ ਦੀ ਗੱਲ ਕੀਤੀ, ਮੈਂ ਤਾਂ, ਆਪਾਂ ਗੁੱਸਾ ਨਹੀਂ ਮਨਾਉਣਾ ਕਿਸੇ ਨੇ ਇਸ ਗੱਲ ਦਾ, ਆਪਾਂ ਸਿੱਖਣ ਲਈ ਅੱਗੇ ਵਧਨੇ। ਆਪਾਂ ਨੂੰ ਆਪਣੀ ਆਲੋਚਨਾ ਔਰ ਜਿਹੜੀ ਨੈਗੇਟਿਵ ਜਾਂ ਨੁਕਸ ਨੇ ਉਹ ਸੁਣਨੇ ਚਾਹੀਦੇ ਨੇ। ਮੈਂ ਵੀ ਸੁਣਨ ਨੂੰ ਤਿਆਰ ਹਾਂ ਨਾ। ਤੁਸੀਂ ਕਿਹਾ, ਮੈਂ ਬਿੰਦੀ ਟਿੱਪੀ
ਮੈਂ ਕਿਹਾ ਬਿੰਦੀ ਟਿੱਪੀ ਦਾ ਵੀ ਖਿਆਲ ਰੱਖਿਆ ਕਰੋ ਜਨਾਬ। ਤੁਸੀਂ ਲਿਖਿਆ ਜਨਾਬ, ਜਨਾਬ ਬਾਵੇ ਨਾਲ, ਜਨਾਬ ਨਹੀਂ ਜਨਾਬ। ਜਿਵੇਂ ਤੂੰ ਸੂਰਮੇ ਤੋਂ ਬਿਨਾ, ਸੁਰਮੇ ਤੋਂ ਬਿਨਾ ਲਿਖਣਾ ਸੀ, ਤੁਸੀਂ ਲਿਖਿਆ ਜਿਵੇਂ ਤੂੰ ਸੂਰਮੇ ਤੋਂ ਬਿਨਾ। ਸੂਰਮਾ ਦਾ ਤੁਹਾਨੂੰ ਪਤਾ ਹੀ ਹੈ ਕੌਣ ਹੁੰਦਾ। ਜਿਵੇਂ ਤੂੰ ਸੂਰਮੇ ਤੋਂ ਬਿਨਾ ਸੋਹਣੀ ਨਹੀਂ ਲੱਗਦੀ, ਨੀ ਨੰਨੇ ਬਿੰਦੀ ਨਹੀਂ ਪਾਉਣੀ, ਨੰਨੇ ਨੂੰ ਬਿਹਾਰੀ, ਠੀਕ ਹੈ। ਸੋ ਇਸ ਤਰ੍ਹਾਂ ਦੀਆਂ ਕਈ ਗਲਤੀਆਂ ਨੇ, ਇਹਨਾਂ ਦਾ ਖਿਆਲ ਰੱਖਿਆ ਕਰੋ ਤਾਂ ਕਿ ਸਿਹਾਰੀ ਨੂੰ ਸਿਹਾਰੀ, ਸਿਹਾਰੀ ਨਹੀਂ ਸਿਹਾਰੀ। ਸੋ ਵਧੀਆ ਰਚਨਾ ਤੁਹਾਡੀ, ਅੱਛੀ ਲੱਗੀ। ਸਿੰਮੀ ਧੀਮਾਨ, ਅੱਗੇ ਸਾਡੇ ਕੋਲੇ ਨਾਮ ਆਇਆ ਸਿੰਮੀ ਧੀਮਾਨ, ਧੀਮਾਨ ਧੀਮਾਨ ਜੀ। ਡਾਇਰੈਕਟਰ ਸਾਹਿਬ ਮੈਨੂੰ ਕਹਿ ਰਹੇ ਨੇ ਕੰਟਰੋਲ ਕੰਟਰੋਲ, ਕਹਿੰਦੇ ਖਿੱਲਰ ਜਾਣਾ ਤੂੰ ਜੀ। ਦੇਖੋ ਹੈਗੇ ਚਾਹੇ ਬੱਚੇ ਨੇ, ਪਰ ਜੌਬ ਇਹਨਾਂ ਦੀ ਤਾਂ ਸਤਿਕਾਰ ਕਰਨਾ ਪੈਂਦਾ, ਕਿਉਂਕਿ ਡਾਇਰੈਕਟਰ ਨੇ, ਐਡੀਟਰ ਨੇ, ਮੇਰੇ ਤੋਂ ਪੁੱਛ ਕੇ ਐਡੀਟਿੰਗ ਨਹੀਂ ਕਰਦੇ, ਸੋ ਵੱਢ ਦਿੰਦੇ ਨੇ, ਕੱਟ ਦਿੰਦੇ ਨੇ ਉੱਪਰ। ਜੇ ਕੋਈ ਤੁਹਾਨੂੰ ਥੋੜਾ ਮੋਟਾ ਖੜਕਾ ਸੁਣੇ ਤਾਂ ਉਹਦਾ ਮਾਈਂਡ ਨਾ ਕਰਿਓ, ਕਿਉਂਕਿ ਅੱਜ ਸੈਟਰਡੇ ਹੈ ਔਰ ਉੱਪਰ ਮੇਰੀ ਪਤਨੀ ਸਾਹਿਬਾ ਕੰਮ ਕਰ ਰਹੇ ਨੇ, ਘਰ ਦੀ ਸਫਾਈ ਚੱਲ ਰਹੀ ਹੈ, ਵੈਕਿਊਮ ਹੋਣਾ ਹੈ, ਆ ਠੱਕ ਠੱਕ ਜੋ ਹੋ ਰਹੀ ਹੈ। ਸ਼ੀ ਇਜ਼ ਡੂਇੰਗ ਗੁੱਡ ਜੌਬ ਮਾਈ ਡੀਅਰ ਵਾਈਫ। ਸਿੰਮੀ ਧੀਮਾਨ ਉਹ ਕਹਿੰਦੇ ਇੱਕ ਸੁਨੇਹਾ ਮੇਰੇ ਸਭ ਤੋਂ ਅਜੀਜ਼ ਦੋਸਤ ਵਰਿੰਦਰ ਸਿੰਘ ਦੇ ਨਾਮ। ਦੇਖਦੇ ਕੀ ਲਿਖਦੇ, ਹਿੰਮਤ ਰੱਖਿਆ ਕਰ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਡਰ ਨਾ ਜਾਇਆ ਕਰ, ਜਿੱਤਣ ਦੀ ਖੁਆਇਸ਼ ਰੱਖ, ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਨਾ ਜਾਇਆ ਕਰ। ਤੂੰ ਖੂਬਸੂਰਤ ਇਨਸਾਨ ਹੈ, ਤੇਰੇ ਅੰਦਰ ਸਤਿਕਾਰ, ਮੁਹੱਬਤ, ਮਿਹਨਤ ਹਰ ਗੁਣ ਵਸਦਾ ਹੈ। ਰੌਣਕਾਂ ਦਾ ਸ਼ੋਰ ਤੇਰੇ ਬੋਲਾਂ ਦੇ ਵਿੱਚ ਮੱਲੋ ਮੱਲੀ ਹੱਸਦਾ ਹੈ। ਵਕਤ ਆਉਣ ਦਾ ਇੰਤਜ਼ਾਰ ਨਾ ਕਰਿਆ ਕਰ, ਹਿੰਮਤ ਰੱਖਿਆ ਕਰ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਡਰ ਨਾ ਜਾਇਆ ਕਰ। ਬਹੁਤ ਅੱਛਾ ਸੁਨੇਹਾ ਸਿੰਮੀ ਧੀਮਾਨ, ਬਹੁਤ ਵਧੀਆ ਸੁਨੇਹਾ ਤੁਹਾਡਾ। ਮੈਨੂੰ ਲੱਗਦਾ ਤੁਹਾਡਾ ਸੁਨੇਹਾ ਇੰਨਾ ਖੂਬਸੂਰਤ ਹੈ, ਤੁਸੀਂ ਕਵਿਤਾ ਵਗੈਰਾ ਵੀ ਲਿਖਦੇ ਹੋਵੋਗੇ ਜਾਂ ਕੁਝ ਨਾ ਕੁਝ ਹੋਰ ਲਿਖਦੇ ਹੋਵੋਗੇ, ਤੁਹਾਡੇ ਸੁਨੇਹੇ ਵਿੱਚ ਝਲਕ ਮਿਲਦੀ ਆ ਉਸਦੀ। ਅਗਲਾ ਹੈ ਜੀ ਕਿ ਹੁਣ ਮੇਰਾ ਚਿਹਰਾ, ਇਹ ਲਿਖਣ ਵਾਲੇ ਨੇ ਰਵੀ ਕੈਲੇ। वाह जी रवि कैले जी, क्या लिखते हैं, ते सुबह बदल रहा, ते सुभाव बदल रहा, मैं हुण ओ नहीं, ते सुभाव बदल रहा, मैं हुण ओ नहीं, जो हर वेले रोण नूं ਤਿਆਰ ਰਹਿੰਦਾ ਸੀ, मैं हुण ओ हां जो हसदा भी हां ते हसाउंदा भी। मेरे च कुछ तां बदलिया है, मैं खुद नूं बदलिया है, ਜਾਂ ਫਿਰ मैं ਖੁਦ ਨੂੰ ਲੱਭਿਆ ਹੈ। ਇਹ ਵਿਚਾਰ ਹੀ ਹੈ ਜੋ ਵਿਚਾਰ ਕਰਨ ਤੇ ਸਮਝ ਹੀ ਜਾਂਦੇ ਨੇ। ਮੈਂ ਹੁਣ ਤਰਸਦਾ ਨਹੀਂ ਕਿਸੇ ਚੀਜ਼ ਲਈ, ਮੈਂ ਜਜ਼ਬਾਤੀ ਹਾਂ ਪਰ ਸੁਚੇਤ ਵੀ। ਮੈਂ ਜਾਣਿਆ ਹੈ ਕਿ ਮੈਂ ਮਨੁੱਖ ਹਾਂ, ਮੇਰੇ ਕੋਲ ਮਨ ਹੈ ਤੇ ਮੈਂ ਕਮਾਲ ਹਾਂ। ਮੇਰੀ ਸੋਚ ਹੁਣ ਕੈਦ ਨਹੀਂ ਰਹੀ। ਰਵੀ ਕੈਲੇ ਸਦਕੇ, ਆਈ ਲਵ ਯੂ ਰਵੀ ਕੈਲੇ। ਖਿਆਲ ਇੰਨਾ ਵਧੀਆ, ਇੰਨਾ ਪੋਜ਼ਿਟਿਵ ਥਾਟ, ਲਵ ਯੂ। ਜ਼ਿੰਦਗੀ ਜ਼ਿੰਦਾਬਾਦ ਪੜ੍ਹ ਕੇ ਸਵਾਦ ਆ ਗਿਆ। ਲੈ ਜ਼ਿੰਦਗੀ ਜ਼ਿੰਦਾਬਾਦ ਕਿਸੇ ਨੇ ਬਣਾਇਆ ਹੋਇਆ ਪੇਜ, ਜ਼ਿੰਦਗੀ ਜ਼ਿੰਦਾਬਾਦ ਵਾਲੇ ਨੇ ਭੇਜਿਆ, ਲਿਖਣ ਵਾਲੇ ਨੇ ਜਗਮੀਤ ਸਿੰਘ। ਜਗਮੀਤ ਸਿੰਘ ਜੀ, ਜ਼ਿੰਦਗੀ ਜ਼ਿੰਦਾਬਾਦ ਦਾ ਤੁਸੀਂ ਪੇਜ ਬਣਾਇਆ। ਲਿਖਦੇ ਆ, ਬੜੇ ਅਹਿਸਾਨਾਂ ਥੱਲੇ ਦੱਬਿਆਂ ਉੱਤੇ ਸਾਥ ਨਾ ਕੋਈ ਇਕੱਲਾ ਹਾਂ। ਪਾਪਾਂ ਦਾ ਵਪਾਰੀ ਮੈਂ, ਨਫ਼ਰਤ ਦੇ ਨਾਲ ਪਲਾ ਹਾਂ। ਸਿੱਖ ਲਿਆ ਮੈਂ ਆਪਣੇ ਕੀਤੇ ਤੇ ਸ਼ਰਮਿੰਦਾ ਹਾਂ। ਮੌਕਾ ਚਾਹੀਦਾ ਸੁਧਰਨ ਲਈ, ਹਾਲੇ ਮੈਂ ਜ਼ਿੰਦਾ ਹਾਂ। ਖਿਆਲ ਚੰਗਾ, ਔਰ ਜਿਹੜਾ ਥਾਟ ਹੈ, ਜੋ ਤੁਸੀਂ ਵਿਚਾਰ ਲਿਆ ਹੈ, ਔਰ ਜੋ ਪੋਜ਼ਿਟਿਵ ਹੈ, ਔਰ ਜੋ ਭਰੋਸਾ ਹੈ ਇਹਦੇ ਵਿੱਚ, ਔਰ ਜੋ ਤੁਹਾਡਾ ਆਤਮ ਵਿਸ਼ਵਾਸ ਹੈ, ਸੈਲਫ ਰਿਸਪੈਕਟ ਹੈ, ਉਹ ਇਹਦੇ ਵਿੱਚ ਝਲਕ ਰਹੀ ਹੈ। ਜੀਓ ਜੀਓ। ਅੱਛਾ, ਤੁਸੀਂ ਇਕੱਲੀਆਂ ਕਵਿਤਾਵਾਂ ਸੁਣਦੇ ਹੀ ਰਹਿੰਦੇ ਹੋ ਜਾਂ ਮੈਨੂੰ ਉਹੀ ਸੁਣਦੇ ਨੇ ਜਿਹੜੇ ਇੱਥੇ ਭੇਜਦੇ ਨੇ, ਕਿ ਦੂਜੇ ਵੀ ਸੁਣਦੇ ਨੇ? ਇਹ ਦੱਸਿਓ ਮੈਨੂੰ ਜ਼ਰੂਰ ਕਮੈਂਟ ਕਰਕੇ। ਜਾਂ ਕਈ ਲੋਕ ਵੇਟ ਕਰਦੇ ਹੋਣਗੇ ਕਿ ਮੇਰੀ ਨਹੀਂ ਆਈ, ਮੇਰੀ ਨਹੀਂ ਆਈ, ਕਾਹਲ ਲੱਗ ਰਹੀ ਹੈ ਤੁਹਾਨੂੰ। ਕਾਹਲ ਨਾ ਕਰੋ, ਸਬਰ ਦਾ ਫਲ ਮਿੱਠਾ ਹੁੰਦਾ। ਔਰ ਤੁਸੀਂ ਸੁਣੋ, ਅੱਛਾ ਲੱਗ ਰਿਹਾ ਹੋਏਗਾ, ਚੰਗਾ ਲੱਗਦਾ ਤਾਂ ਸ਼ੇਅਰ ਵੀ ਕਰ ਲਿਆ ਕਰੋ ਯਾਰ, ਕਿਸੇ ਨਾਲ ਅੱਗੇ ਦੱਸ ਦਿਆ ਕਰੋ। ਅਗਲੀ ਜਿਹੜੀ ਰਚਨਾ ਹੈ ਉਹ ਹੈ ਪੰਕਜ ਹੋਰਾਂ ਦੀ, ਪੰਕਜ 007 ਲਿਖਦੇ ਨੇ, ਬਚਪਨ ਵਿੱਚ ਇੱਕ ਬਹੁਤ ਸੋਹਣਾ ਐਤਵਾਰ ਹੁੰਦਾ ਸੀ। ਹੱਸਣਾ ਖੇਡਣਾ ਨੱਚਣਾ ਟੱਪਣਾ, ਯਾਰਾਂ ਦੋਸਤਾਂ 'ਚ ਬੜਾ ਮੋਹ ਪਿਆਰ ਹੁੰਦਾ ਸੀ। ਪਤਾ ਨਹੀਂ ਹੁਣ ਉਹ ਦਿਨ ਕਿਧਰੇ ਖੋ ਗਏ ਨੇ, ਪਿੰਡ ਦੀਆਂ ਗਲੀਆਂ ਦੇ ਰਸਤੇ ਸਭ ਸੁੰਨੇ ਹੋ ਗਏ ਨੇ।
ਹਾਂ, ਬਹੁਤ ਅੱਛਾ ਖਿਆਲ ਹੈ ਪੰਕਜ ਯਾਰ। ਸਪੈਲਿੰਗ ਪੰਜਾਬੀ ਦੇ ਤੁਸੀਂ ਲਿਖਣ ਦੇ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਮੈਂ ਵੇਖਦਾ ਟੀਚਰ ਵੀ ਬਹੁਤ ਖਿਆਲ ਘੱਟ ਕਰਦੇ ਨੇ। ਸੋ ਤੁਸੀਂ ਜਰੂਰ ਚੰਗੀਆਂ ਲਿਖਤਾਂ ਪੜ੍ਹਿਆ ਕਰੋ। ਵੈਸੇ ਪੜ੍ਹਨਾ ਸ਼ੁਰੂ ਕੀਤਾ ਜਾਂ ਨਹੀਂ? ਜੇ ਕੋਈ ਕਿਤਾਬ ਪੜ੍ਹਦੇ ਹੁੰਦੇ ਹੋ ਦੱਸਿਆ ਕਰੋ ਕਮੈਂਟ ਕਰਕੇ ਕਿ ਮੈਂ ਆਹ ਕਿਤਾਬ ਪੜ੍ਹੀ ਹੈ। ਔਰ ਜਿਹੜੀਆਂ ਅਸੀਂ ਵੀਡੀਓ ਵੀ ਸ਼ੇਅਰ ਕਰਦੇ ਆ, ਵੀਡੀਓ ਸ਼ੇਅਰ ਕਰਨ ਦੀ ਗੱਲ ਆਈ ਹੈ, ਪਹਿਲਾਂ ਤੁਸੀਂ ਆਹ ਵੀਡੀਓ ਪਹਿਲਾਂ ਹੀ ਦੇਖ ਲਓ। ਅੰਜੁਮ ਗਿੱਲ ਹੋਰਾਂ ਦੀ ਵੀਡੀਓ ਆਈ ਹੈ ਸਾਨੂੰ ਨਨਕਾਣਾ ਸਾਹਿਬ ਪਾਕਿਸਤਾਨ ਤੋਂ। ਅੰਜੁਮ ਗਿੱਲ ਹੋਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਰਚਨਾ ਬਾਬਾ ਨਜ਼ਮੀ ਦੀ। ਜੀ ਅੰਜੁਮ ਜੀ ਆ ਜਾਓ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਤੇ ਸਦੀਆਂ ਵਾਂਗੂ ਕੁਝ ਨਹੀਂ ਜਾਣਾ ਅੱਜ ਵੀ ਮਸਜਿਦ ਮੰਦਰ ਦਾ। ਤੇ ਸਦੀਆਂ ਵਾਂਗੂ ਕੁਝ ਨਹੀਂ ਜਾਣਾ ਅੱਜ ਵੀ ਮਸਜਿਦ ਮੰਦਰ ਦਾ। ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਤੇ ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸਾਦ ਫੜਾ। ਤੇ ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸਾਦ ਫੜਾ। ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹਸੈਨੀ ਲੰਗਰ ਨੂੰ। ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹਸੈਨੀ ਲੰਗਰ ਨੂੰ। ਰਾਮ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ। ਰਾਮ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ। ਰੱਬ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਤੇ ਸਾਡਿਆਂ ਸਿੰਘਾਂ ਫਸਦਿਆਂ ਰਹਿਣਾ ਖੁੱਲੀ ਢਹਿੰਦੀ ਰਹਿਣੀ ਏ। ਸਾਡਿਆਂ ਸਿੰਘਾਂ ਫਸਦਿਆਂ ਰਹਿਣਾ ਖੁੱਲੀ ਢਹਿੰਦੀ ਰਹਿਣੀ ਏ। ਜਿੰਨਾ ਚਿੱਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ। ਤੇ ਅਸਾਂ ਨਹੀਂ ਆਉਣਾ ਮੁੜ ਕੇ ਬਾਬਾ ਤੇਰਾ ਮੇਲਾ ਵੇਖਣ ਨੂੰ। ਤੇ ਅਸਾਂ ਨਹੀਂ ਆਉਣਾ ਮੁੜ ਕੇ ਬਾਬਾ ਤੇਰਾ ਮੇਲਾ ਵੇਖਣ ਨੂੰ। ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਆਹਾ, ਕਿਆ ਬਾਤ ਅੰਜੁਮ ਗਿੱਲ, ਥੈਂਕ ਯੂ ਵੈਰੀ ਮਚ। ਨਨਕਾਣਾ ਸਾਹਿਬ ਤੁਸੀਂ ਬਹੁਤ ਬਾਬਾ ਨਾਨਕ ਜੀ ਦੀ ਧਰਤੀ ਦੇ ਉੱਤੇ, ਔਰ ਸਾਡੇ ਵੱਲੋਂ ਨਤਮਸਤਕ ਹੋਣਾ ਉੱਥੇ। ਬਹੁਤ ਸ਼ੁਕਰੀਆ ਰਚਨਾ ਭੇਜਣ ਲਈ। ਤੁਸੀਂ ਵੀ ਕੋਈ ਰਚਨਾ ਭੇਜਣੀ ਚਾਹੁੰਦੇ ਹੋ ਤਾਂ 30 ਸੈਕਿੰਡ ਤੋਂ 45 ਸੈਕਿੰਡ ਦੇ ਵਿੱਚ ਸਾਨੂੰ ਭੇਜ ਸਕਦੇ ਹੋ ਤੁਸੀਂ। ਉਸ ਤੋਂ ਘੱਟ ਵੀ ਕੋਈ ਭੇਜ ਸਕਦੇ ਹੋ, ਪਰ ਅੱਛੀ ਹੋਣੀ ਚਾਹੀਦੀ ਹੈ ਰਚਨਾ। ਤੂੰ ਲਿਖੇ ਮੈਂ ਬੋਲਾਂ ਦੇ ਵਿੱਚ ਸ਼ਾਮਲ ਕਰ ਲਈ। ਗੱਲ ਪੰਕਜ ਦੀ ਚੱਲ ਰਹੀ ਸੀ। ਪੰਕਜ ਯਾਰ ਬਾਕੀ ਲੋਕ ਵੀ ਨਾ ਸਪੈਲਿੰਗਾਂ ਦਾ ਥੋੜਾ ਜਿਹਾ ਖਿਆਲ ਰੱਖਿਆ ਕਰੋ। ਕਿਵੇਂ ਥੋੜੀ ਮੋਟੀ ਗਲਤੀ ਮੈਂ ਵੀ ਅੱਜ ਕੱਲ ਮੈਂ ਵੀ ਕਰਦਾ ਨਾ ਕਦੇ ਕਦੇ ਪੰਜਾਬੀ ਵਿੱਚ ਹੁੰਦੀ ਹੈ। ਬੰਦਾ ਲੈਂਗੁਏਜ ਜਿਹੜੀ ਲਿਪੀ ਸਿੱਖਣੀ ਲਿਖਣੀ ਹੈ ਕੋਈ ਸੌਖਾ ਕੰਮ ਨਹੀਂ, ਪਰ ਫਿਰ ਵੀ ਜਿੰਨੀਆਂ ਘੱਟ ਗਲਤੀਆਂ ਹੋਣ ਓਨਾ ਚੰਗਾ। ਸਭ ਸੱਸਾ ਬੱਬਾ ਨਹੀਂ, ਸੱਸਾ ਪੱਬਾ ਸਭ ਹੋਣਾ ਚਾਹੀਦਾ। ਬਹੁਤ ਚੀਜ਼ਾਂ ਸੁੰਨੇ ਸੱਸੇ ਨੂੰ ਔਂਕੜ ਉੱਪਰ ਟਿੱਪੀ, ਨੰਨੇ ਨੂੰ ਤੁਸੀਂ ਲਾਮ ਲਾਉਣੀ ਹੈ ਹਨਾ। ਤੁਸੀਂ ਕਿਹਾ ਸੁਨੇ, ਸੁਨੇ ਇਹ ਹੁਣ ਸੁਨੇ ਸ਼ਬਦ ਸੁਣੇ ਨੂੰ ਜੇ ਆਪਾਂ ਸਾਊਂਡ ਬੋਲਾਂਗੇ, ਕਈ ਕਹਿੰਦੇ ਰਾਨਾ ਜਿਵੇਂ ਪਹਿਲਾਂ ਕਿਹਾ ਸੀ, ਇਹ ਨਾਣੇ ਦੀ ਸਾਊਂਡ ਸੁਣੇ ਨਹੀਂ ਨਾ, ਇਹ ਸੁਨੇ ਹੈ। ਸੁੰਨੇ ਲਿਖਣਾ ਤੁਸੀਂ, ਸੁੰਨੇ ਕਿਵੇਂ ਲਿਖਿਆ ਜਾਊਗਾ ਇਹ ਜ਼ਰੂਰ ਤੁਸੀਂ ਲੱਭਿਆ ਕਰੋ, ਇਹ ਤੇ ਕੰਮ ਕਰਿਆ ਕਰੋ। ਅੱਗੇ ਆਕਾਸ਼ਦੀਪ ਸਿੰਘ ਹੋਰੀ ਨੇ ਸਾਡੇ ਕੋਲੇ, ਇਹ ਕਹਿੰਦੇ ਤੇਰੇ ਬਾਰੇ ਸਿਫਤਾਂ ਦੇ ਪੁੱਲ ਬੰਨਦੇ ਹਾਂ ਰੋਜ਼। ਪੁੱਲ ਪੁੱਲ ਤੇਰੇ ਬਾਰੇ ਸਿਫਤਾਂ ਦੇ ਪੁੱਲ ਬੰਨਦੇ ਹਾਂ ਰੋਜ਼। ਗੱਲ ਆਪਣੀ ਭੁਲਾ ਕੇ ਤੇਰੀ ਮੰਨਦੇ ਹਾਂ ਰੋਜ਼। ਕੀ ਉਹ ਦਿਸਦਾ ਤੇਰੇ ਸ਼ਹਿਰ ਜੋ ਨਾ ਅੰਬਰਾਂ ਤੇ ਵਾਹਿਆ। ਕਾਸ਼ ਦੱਸ ਸਕਦੇ ਤੈਨੂੰ ਕਿੰਨਾ ਤੈਨੂੰ ਚਾਹਿਆ। ਕਾਸ਼ ਦੱਸ ਸਕਦੇ ਤੈਨੂੰ ਕਿੰਨਾ ਦਿਲੋਂ ਤੈਨੂੰ ਚਾਹਿਆ। ਤਰਸਦਾ ਦੀਦ ਤੇਰੀ ਨੂੰ ਸਾਹਮਣੇ ਬੈਠ ਕੇ ਤੱਕ ਲੈ। ਕੱਜਲ ਦੇ ਵਾਂਗੂ ਭਾਵੇਂ ਨੈਣਾ ਵਿੱਚ ਪਾ ਕੇ ਰੱਖ ਲੈ। ਮਾਸੂਮੀਅਤ ਚਿਹਰੇ ਦੀ ਸੋਚਾਂ ਵਿੱਚ ਪਾਇਆ। ਕਾਸ਼ ਦੱਸ ਸਕਦੇ ਤੈਨੂੰ ਕਿੰਨਾ ਦਿਲੋਂ ਤੈਨੂੰ ਚਾਹਿਆ। ਆਕਾਸ਼ਦੀਪ ਸਿੰਘ ਹੋਰੀ। ਅੱਗੇ ਆਏ ਨੇ ਸਾਡੇ ਕੋਲੇ ਰਾਜਦੀਪ ਸੋਹੀ। ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਸਭ ਕਿਸਮਤ ਦੀਆਂ ਖੇਡਾਂ ਨੇ। ਕੋਈ ਪਤਾ ਨਹੀਂ ਹੁੰਦਾ ਕਿਸਮਤ ਕਿਸ ਵੇਲੇ ਤੇ ਕਿਸ ਦੇ ਸਾਹਮਣੇ ਖੜਾ ਕਰਦੇ। ਇਹ ਵੀ ਇੱਕ ਕਿਸਮਤ ਦੀ ਕਾਰਸਤਾਨੀ ਕਹਿ ਲਵੋ ਕਿ ਮੈਂ ਤੇ ਉਹ ਅਣਜਾਣ ਕੁੜੀ ਆਮੋ ਸਾਹਮਣੇ ਬਹਿ ਕੇ ਗੱਲਾਂ ਕਰ ਰਹੇ ਹਾਂ ਤੇ ਉਸਦੀ ਹੱਡ ਬੀਤੀ ਸੁਣ ਕੇ ਮੇਰੇ ਜਿਸਮ ਤੇ ਲੂ ਕੰਡੇ ਖੜੇ ਹੋਣ ਲੱਗੇ। ਦਰਅਸਲ ਉਹ ਗੱਲਾਂ ਹੀ ਇਸ ਤਰ੍ਹਾਂ ਦੀਆਂ ਦੱਸ ਰਿਹਾ ਸੀ, ਜੇਕਰ ਕੋਈ ਵੀ ਇਨਸਾਨ ਉਸ ਦੀਆਂ ਗੱਲਾਂ ਸੁਣ ਲੈਂਦਾ ਤਾਂ ਉਸਨੇ ਵੀ ਰੱਬ ਨੂੰ 100 ਵਾਰੀ ਲਾਹਣਤਾਂ ਪਾਉਣੀਆਂ ਸੀ ਕਿ ਹੇ ਰੱਬਾ ਤੇਰੀ ਬਣਾਈ ਇਸ ਦੁਨੀਆ ਦਾ ਸਬਰ
ਕਿਉਂ ਹਿੱਲ ਗਿਆ ਹੈ। ਰਾਜਦੀਪ ਜੀ ਬਹੁਤ ਸ਼ੁਕਰੀਆ ਰਚਨਾ ਭੇਜਣ ਲਈ। ਪੜ੍ਹਦੇ ਰਹੋ, ਲਿਖਦੇ ਰਹੋ, ਕੰਮ ਕਰਦੇ ਰਹੋ। ਹਰ ਵਾਰੀ ਕਹਿਣਾ ਮੇਰਾ ਫਰਜ਼ ਹੈ, ਮੰਨਣਾ ਤੁਹਾਡੀ ਮਰਜ਼ੀ ਹੈ। ਅੱਗੇ ਗੁਰਜੀਤ ਰਣੀਆਂ ਦੀ ਰਚਨਾ ਹੈ। ਕੀ ਕਹਿੰਦੇ ਨੇ? ਕੁਝ ਸ਼ਾਹਾਂ ਦੀ, ਕੁਝ ਮਲੰਗਾਂ ਦੀ, ਇਹ ਅਹਿੰਸਾ ਦੀ ਤੇ ਭੰਗਾਂ ਦੀ, ਬੇਸ਼ਰਮੀ ਦੀ ਤੇ ਸੰਗਾਂ ਦੀ, ਤੂੰ ਹੱਸ ਖੇਡ ਕੇ ਮਾਣ ਦੇਣਾ, ਇਹ ਜ਼ਿੰਦਗੀ ਕਿੰਨੇ ਰੰਗਾਂ ਦੀ। ਬੈਠੇ ਕਈ ਨੇ ਤਖਤਾਂ ਤੇ, ਕਈ ਸੌ ਜਾਂਦੇ ਨੇ ਸੜਕਾਂ ਤੇ, ਕਿਉਂ ਖੁਸ਼ ਰਹਿਣ ਤੇ ਸਰਫਾਏ, ਛੱਡ ਡੋਰ ਆਸ ਦੇ ਖੰਭਾਂ ਦੀ, ਤੂੰ ਹੱਸ ਖੇਡ ਕੇ ਮਾਣ ਦਿਲਾ, ਇਹ ਜ਼ਿੰਦਗੀ ਕਿੰਨੇ ਰੰਗਾਂ ਦੀ। ਜੋ ਪਾਇਆ ਨਹੀਂ ਕਿਉਂ ਖੋਣਾ ਏ, ਜੋ ਪਾਇਆ ਨਹੀਂ ਕਿਉਂ ਖੋਣਾ ਏ, ਕਿ ਬਣ ਕੇ ਜਿੰਦ ਜਿਉਣਾ ਏ, ਪਈ ਆਸ ਅਧੂਰੀ ਰੋਣਾ ਏ, ਤੂੰ ਸੁਰਤ ਸਾਂਭ ਲੈ ਮੰਗਾਂ ਦੀ, ਤੂੰ ਹੱਸ ਖੇਡ ਕੇ ਮਾਣ ਦਿਲਾ, ਇਹ ਜ਼ਿੰਦਗੀ ਕਿੰਨੇ ਰੰਗਾਂ ਦੀ। ਗੁਰਜੀਤ ਰਣੀਆਂ, ਚੰਗਾ ਹੱਥ ਹੈ ਤੁਹਾਡਾ ਲਿਖਣ ਦੇ ਉੱਤੇ, ਲਿਖਦੇ ਰਹਿਣਾ। ਗੁਰਜੀਤ ਰਣੀਆਂ, ਲਵ ਯੂ ਲਵ ਯੂ ਲਵ ਯੂ। ਓ ਸੌਰੀ ਡਾਕਟਰ ਸਾਹਿਬ। ਦਰਅਸਲ ਮੇਰੇ ਅੰਦਰ ਨਾ ਕਦੇ ਕਦੇ ਬਾਂਦਰ ਜਾਗ ਜਾਂਦਾ ਹੈ। ਬਾਂਦਰ ਬੰਦੇ ਦੇ ਅੰਦਰ ਕਾਫੀ ਕੁਛ, ਕਈ ਕਿਸਮ ਦੇ ਜਾਨਵਰ ਹੁੰਦੇ ਨੇ, ਜਨੌਰ ਵੀ ਹੁੰਦੇ ਨੇ, ਉਹ ਰੱਖਣੇ ਚਾਹੀਦੇ ਨੇ। ਵੈਸੇ ਤਾਂ ਇੱਕ ਮੇਰਾ ਸ਼ੇਰ ਹੈ ਕਿ ਇੱਕ ਇਸ਼ਕ, ਇੱਕ ਬਚਪਨਾ, ਇੱਕ ਬਜ਼ੁਰਗੀ ਨੀਤ, ਇਹ ਜੇ ਬੰਦੇ ਅੰਦਰਾਂ ਤਾਂ ਕੀ ਹਾਰ ਕੀ ਚੀਜ਼। ਇਸ਼ਕ, ਬਚਪਨਾ, ਬਜ਼ੁਰਗ ਬੰਦੇ ਅੰਦਰ ਹੋਣਾ ਚਾਹੀਦਾ ਹੈ। ਤੇ ਜਾਨਵਰ ਵੀ, ਬਾਂਦਰ ਵੀ ਹੋਣਾ ਚਾਹੀਦਾ ਬੰਦੇ ਅੰਦਰ, ਤੋਤਾ ਵੀ ਹੋਣਾ ਚਾਹੀਦਾ ਹੈ, ਥੋੜਾ ਜਿਹਾ ਡੌਗ ਵੀ ਹੋਣਾ ਚਾਹੀਦਾ ਹੈ ਵਫਾਦਾਰੀ ਲਈ, ਕਈ ਤਰ੍ਹਾਂ ਦੇ ਸ਼ੇਰ ਵੀ ਹੋਣਾ ਚਾਹੀਦਾ ਬੰਦੇ ਅੰਦਰ ਥੋੜਾ ਥੋੜਾ ਲੂੰਬੜ ਵੀ ਹੁੰਦਾ, ਹਰੇਕ ਤਰ੍ਹਾਂ ਦੇ ਜਾਨਵਰ ਹੁੰਦੇ ਬੰਦੇ ਅੰਦਰ। ਅੱਗੇ ਹੈ ਜੈਪੀ ਬਾਜਵਾ, ਲਿਖਦੇ ਨੇ, ਉਹਨਾਂ ਦੀ ਕਵਿਤਾ ਹੈ ਮੰਗਤਾ। ਜੈਪੀ ਬਾਜਵਾ ਨੇ ਲਿਖੀ ਹੈ ਮੰਗਤਾ। ਮੇਰੀ ਇਸ ਹਸਤੀ ਦੇ ਵਾਹ ਵਾਹ ਕੀ ਕਹਿਣੇ, ਧੜਕਣਾ ਉਧਾਰੀਆਂ ਹਰ ਸਾਹ ਹੈ ਕਹਿਣੇ। ਰਾਜੇ ਦੇ ਤਾਜ ਜਿਹਾ ਸਿਰ ਤੇ ਮੜਾਸਾ ਏ, ਮੇਰਾ ਸ਼ਾਹੀ ਕੁੜਤਾ ਬਸ ਕੁਝ ਥਾਮੋਂ ਪਾਟਾ ਏ। ਧਰਤੀ ਦੀ ਜੁੱਤੀ ਨੂੰ ਪਾ ਕੇ ਮੈਂ ਘੁੰਮਦਾ, ਆਸਮਾਨ ਛੱਤ ਮੇਰੀ ਨਿਗਾਹ ਨਾਲ ਚੁੰਮਦਾ। ਧਰਤੀ ਦੀ ਜੁੱਤੀ ਨੂੰ ਪਾ ਕੇ ਮੈਂ ਘੁੰਮਦਾ, ਆਸਮਾਨ ਛੱਤ ਮੇਰੀ ਨਿਗਾਹ ਨਾਲ ਚੁੰਮਦਾ। ਪਾਣੀ ਨੂੰ ਖਾ ਖਾ ਕੇ ਪਾਣੀ ਨੂੰ ਹੀ ਪੀਂਦਾ, ਮੈਂ ਬਹੁਤੀ ਵਾਰੀ ਏਦਾਂ ਹੀ ਜੀਂਦਾ। ਥੋੜੀ ਅਧੂਰੀ ਆਈ ਹੈ, ਸਕਰੀਨਸ਼ਾਟ ਪੂਰਾ ਆਉਂਦਾ ਨਹੀਂ, ਮੈਂ ਪਹਿਲਾਂ ਵੀ ਕਿਹਾ ਹੈ ਸਕਰੀਨਸ਼ਾਟ ਖਿੱਚ ਕੇ ਪਾਉਂਦਾ ਸੀ। ਜੈਪੀ ਬਾਜਵਾ ਯਾਰ ਬਹੁਤ ਸੋਹਣਾ ਲਿਖਿਆ, ਤੁਹਾਡਾ ਸ਼ੇਅਰ ਮੈਨੂੰ ਬਹੁਤ ਵਧੀਆ ਲੱਗਿਆ। ਤੁਹਾਡੀ ਲਾਈਨਾਂ, ਧਰਤੀ ਦੀ ਜੁੱਤੀ ਨੂੰ ਪਾ ਕੇ ਮੈਂ ਘੁੰਮਦਾ, ਆਸਮਾਨ ਛੱਤ ਮੇਰੀ ਨਿਗਾਹ ਨਾਲ ਚੁੰਮਦਾ। ਬਹੁਤ ਅੱਛੇ, ਬਹੁਤ ਕਮਾਲ, ਮਜ਼ਾ ਆ ਗਿਆ ਜੀ। ਅਸਾਂ ਨੂੰ ਤੁਸਾਂ ਦੇ ਨਾਲ ਅੱਜ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਤੇ ਉਮੀਦ ਹੈ ਤੁਹਾਨੂੰ ਵੀ ਸਾਡਾ ਇਹ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਗਾ। ਤੂੰ ਲਿਖੇ ਮੈਂ ਬੋਲਾਂ ਦਾ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ। ਲਵ ਯੂ, ਬਹੁਤ ਬਹੁਤ शुक्रिया। जिंदगी जिंदाबाद। मिलते हैं थोड़े के समय तो बाद, एक दिन बाद, 2 दिन बाद, 3 दिन बाद, जब भी मिलेंगे बढ़िया मिलेंगे। सच्चे नग वर्गे अल्फाज़ां चों जज्बात तेरे मैं टोला, एने भेद जो दिल विच दबे तू मैं अखियां राही।